ਉਸ ਜਿੱਥੇ ਝੋਨੇ ਦੀ ਪਨੀਰੀ ਬੀਜਣੀ ਉੱਥੋਂ ਜੜੀ ਬੂਟੀ ਖਤਮ ਕਰਨ ਦਾ ਸਹੀ ਤਰੀਕਾ ਕਿਹੜਾ? ਵੈਰੀ ਗੁੱਡ, ਬਹੁਤ ਅੱਛਾ ਸਵਾਲ ਹੈ। ਦੇਖੋ, ਜਦੋਂ ਵੀ ਪਨੀਰੀ ਕਾਸ਼ ਕੀਤੀ ਜਾਂਦੀ ਹੈ ਨਾ, ਉਹਦੇ ਵਿੱਚ ਜਿਹੜਾ ਸਭ ਤੋਂ ਵੱਡੇ ਮਸਲਿਆਂ ਦੇ ਵਿੱਚ ਇੱਕ ਮਸਲਾ ਹੁੰਦਾ ਨਾ, ਉਹ ਹੁੰਦਾ ਜੜੀ ਬੂਟੀ ਖਤਮ ਕਰਨਾ, ਜਿਹੜੀ ਕਿ ਬਾਅਦ ਵਿੱਚ ਪਨੀਰੀ 'ਚ ਜਿਹੜਾ ਨਾ ਉਹ ਗਾਂ ਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਬੀਜ ਦੇ ਬਾਰੇ ਮੈਂ ਪਹਿਲੇ ਵੀ ਵੀਡੀਓ ਬਣਾਈ। ਬੀਜ ਸਿੰਬਾ ਸੀਡਸ ਵਾਲਿਆਂ ਦਾ ਉਡਾਨ ਕਾਸ਼ ਕਰਨਾ ਹੈ। ਇਹਦੇ ਤੋਂ ਜ਼ਿਆਦਾ ਇਨਸ਼ਾਅੱਲਾ ਤਾਲਾ ਕੋਈ ਸੀਡ ਗਰਮੀ ਬਰਦਾਸ਼ਤ ਨਹੀਂ ਕਰੇਗਾ, ਕੋਈ ਸੀਡ ਇਹਦੇ ਤੋਂ ਜ਼ਿਆਦਾ ਮੌਸਮੀ ਜਿਹੜੇ ਸਖਤ ਹਾਲਾਤ ਨੇ ਉਹ ਨਹੀਂ ਬਰਦਾਸ਼ਤ ਕਰੇਗਾ। SS46 ਕਾਸ਼ ਕਰਨਾ ਹੈ, ਉਹ ਮੈਂ ਇਨਸ਼ਾਅੱਲਾ ਤਾਲਾ ਰਿਕਮੈਂਡ ਵੀ ਕਰ ਰਿਹਾ, ਦੋਸਤਾਂ ਨੂੰ ਭਜਵਾ ਵੀ ਰਹੇ ਹਾਂ। ਅੱਛਾ, ਦੂਸਰੀ ਗੱਲ ਇਹ ਹੈ ਕਿ ਸੀਡ ਪਨੀਰੀ ਦਾ ਜਿਹੜਾ ਬੀਜ ਹੈ ਉਹਨੂੰ ਕਾਸ਼ ਕਰਨ ਲਈ ਸਭ ਤੋਂ ਪਹਿਲੇ ਗੱਲ ਆਉਂਦੀ ਹੈ ਜ਼ਮੀਨ ਕਿਸ ਕਿਸਮ ਦੀ ਹੋਵੇ। ਦੇਖੋ, ਪਹਿਲਾ ਤੇ ਸਵਾਲ ਇਹ ਹੁੰਦਾ ਹੈ ਕਿ ਜ਼ਮੀਨ ਦੇ ਵਿੱਚ ਜੜੀ ਬੂਟੀ ਘੱਟ ਤੋਂ ਘੱਟ ਹੋਵੇ। ਅੱਛਾ, ਹੁਣ ਜੜੀ ਬੂਟੀ ਘੱਟ ਤੋਂ ਘੱਟ ਕਿਹੜੀ ਜ਼ਮੀਨ 'ਚ ਹੁੰਦੀ? ਅੱਜ ਕੱਲ੍ਹ ਜਿਨ੍ਹਾਂ ਦਿਨਾਂ 'ਚ ਅਸੀਂ ਗੰਦਮ ਵਾਲੀ ਜ਼ਮੀਨ 'ਚ ਕਾਸ਼ਤ ਕਰਨੀ ਹੈ, ਤੇ ਇਸ ਟਾਈਮ ਸਾਡੇ ਕੋਲ ਦੋ ਕਿਸਮ ਦੀਆਂ ਜ਼ਮੀਨਾਂ ਆਮ ਜ਼ਿਮੀਂਦਾਰਾਂ ਕੋਲ ਅਵੇਲੇਬਲ ਹੁੰਦੀਆਂ, ਔਰ ਇਹਨਾਂ ਦੋਵਾਂ ਕਿਸਮ ਦੀਆਂ ਜ਼ਮੀਨਾਂ ਦੇ ਵਿੱਚ ਜੜੀ ਬੂਟੀ ਬਹੁਤ ਘੱਟ ਹੁੰਦੀ ਹੈ। ਇੱਕ ਜ਼ਮੀਨ ਹੁੰਦੀ ਸਾਡੇ ਕੋਲ ਬਰਸਨ ਵਾਲੀ, ਜਿਵੇਂ ਤੁਸੀਂ ਦੇਖ ਰਹੇ ਹੋ, ਬਰਸੀਨ ਵਾਲੀ, ਲੂਸਨ ਵਾਲੀ, ਆਮ ਜਿਹੜਾ ਨਾ ਇਹ ਚਾਰੇ ਵਾਲੀ। ਔਰ ਦੂਸਰੀ ਜ਼ਮੀਨ ਸਾਡੇ ਕੋਲ ਗੰਦਮ ਵਾਲੀ ਜ਼ਮੀਨ ਵੀ ਫ੍ਰੀ ਹੋ ਰਹੀ ਹੁੰਦੀ ਹੈ। ਲੇਕਿਨ ਚूंकि ਗੰਦਮ ਵਾਲੀ ਜ਼ਮੀਨ ਤੋਂ ਫ੍ਰੀ ਹੋਣ ਤੋਂ ਪਹਿਲੇ ਅਸੀਂ ਪਨੀਰੀ ਤਿਆਰ ਕਰਨੀ ਹੁੰਦੀ ਹੈ, ਫਿਰ ਇਸ ਲਈ ਜਿਹੜਾ ਨਾ ਸਾਡੇ ਕੋਲ ਲੂਸਨ ਵਾਲੀ ਜਾਂ ਬਰਸੇਮ ਵਾਲੀ ਜਿਹੜੀ ਪੈਲੀ ਹੈ ਨਾ, ਇਹ ਬਿਹਤਰੀਨ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਸਿਆਣੇ ਸਾਰੇ ਜ਼ਿੰਮੇਦਾਰ ਪੁਰਾਣੇ ਜਾਣਦੇ ਨੇ ਕਿ ਇਹਦੇ ਵਿੱਚ ਜੜੀ ਬੂਟੀਆਂ ਦਾ ਉਗਾਓ ਬਹੁਤ ਘੱਟ ਹੁੰਦਾ ਹੈ। ਇਹਨੂੰ ਅਗਰ ਬਾਅਦ ਚ ਦੂਸਰੀ ਦਫਾ ਜਦੋਂ ਕਾਸ਼ ਕਰਨੇ ਹੋ, ਇਸੇ ਤਰ੍ਹਾਂ ਹੀ ਸਰਸੋਂ ਵਾਲੀ ਜ਼ਮੀਨ ਵੀ ਠੀਕ ਹੈ ਜਿੰਦੇ ਚ ਸਰਸੋਂ ਦੀ ਕਟਾਈ ਹੋਈ ਹੈ। ਉਸ ਤੋਂ ਬਾਅਦ ਗੰਦਮ ਵਾਲੀ ਜ਼ਮੀਨ ਵੀ ਠੀਕ ਹੈ ਜਿੰਦੇ ਚ ਗੰਦਮ ਦੀ ਕਟਾਈ ਹੋਈ ਹੈ। ਉਸ ਤੋਂ ਬਾਅਦ ਜਿਹੜਾ ਨਾ ਕੋਈ ਹੋਰ ਖਾਲੀ ਜ਼ਮੀਨ ਜਿਹੜੀ ਤੁਸੀਂ ਪਹਿਲੇ ਦੀ ਛੱਡੀ ਹੋਏ ਔਰ ਉਹਦੇ ਵਿੱਚ ਤੁਸੀਂ ਇੱਕ ਦੋ ਦਫਾ ਉਹਨੂੰ ਸਪਰੇਅ ਕਰਕੇ ਤੇ ਜਿਹੜਾ ਨਾ ਉਹਨੂੰ ਦੁਬਾਰਾ ਕਾਸ਼ਤ ਲਈ ਤਿਆਰ ਕੀਤਾ ਜ਼ਮੀਨ ਨੂੰ, ਉਹ ਵੀ ਜ਼ਮੀਨ ਠੀਕ ਹੈ। ਹਾਂ, ਹੁਣ ਗੱਲ ਇਹ ਆ ਕਿ ਅਗਰ ਤੁਸੀਂ ਬਰਸਨ ਵਾਲੀ ਜ਼ਮੀਨ ਸਿਲੈਕਟ ਕਰ ਰਹੇ ਹੋ ਜਾਂ ਤੁਸੀਂ ਕੋਈ ਵੀ ਗੰਦਮ ਵਾਲੀ ਜ਼ਮੀਨ ਸਿਲੈਕਟ ਕਰ ਰਹੇ ਹੋ, ਤਾਂ ਉਹਦਾ ਤਰੀਕਾ ਕੀ ਹੈ? ਸਭ ਤੋਂ ਪਹਿਲੇ ਉਹਨੂੰ ਪਾਣੀ ਛੱਡਣਾ ਹੈ, ਉਹਦੀ ਹੱਦਬੰਦੀ ਕਰਕੇ ਉਹਨੂੰ ਪਾਣੀ ਛੱਡ ਦੇਣਾ, ਵਿੱਚੋਂ ਸਫਾਈ ਇਹ ਸਾਰੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਨਹੀਂ। ਉਹਨੂੰ ਹੱਦਬੰਦੀ ਕਰਕੇ ਉਹਨੂੰ ਪਾਣੀ ਛੱਡ ਕੇ ਤੇ ਉਸ ਤੋਂ ਬਾਅਦ ਸਪਰੇਅ ਕਰਨੀ ਹੈ। ਸਪਰੇਅ ਕਿਹੜੀ ਕਰਨੀ ਹੈ? ਗਲਾਈਫੋਸੈਟ ਕਰਨੀ ਹੈ। ਗਲਾਈਫੋਸੈਟ ਸਪਰੇਅ ਕਰਨੀ ਔਰ ਅੱਧੀ ਬੋਤਲ ਫੀਡ ਟੈਂਕੀ ਪਾ ਕੇ ਸਪਰੇਅ ਕਰਨੀ ਹੈ। ਤਸੱਲੀ ਨਾਲ ਉਹਨੂੰ ਸਪਰੇਅ ਕਰਕੇ ਵੱਟਾਂ ਵੀ ਕਵਰ ਕਰਕੇ, ਜਿਵੇਂ ਆ ਤੁਸੀਂ ਦੇਖ ਰਹੇ ਹੋ, ਤੁਸੀਂ ਦੇਖ ਸਕਦੇ ਹੋ ਇਹ ਵੱਟਾਂ ਨੇ, ਇਹ ਵੱਟਾਂ ਤੇ ਵੀ ਸਪਰੇਅ ਕਰਾ ਦਿੱਤੀ ਹੈ। ਇਹਦਾ ਰਿਜ਼ਲਟ ਜਿਹੜਾ ਨਾ ਉਹ 2 ਦਿਨਾਂ ਤੱਕ ਆਏਗਾ, ਲੇਕਿਨ 2 ਦਿਨ ਬਾਅਦ ਮੈਂ ਚूंकि ਬਿਜ਼ੀ ਸਾਂ, ਇਸ ਵਜ੍ਹਾ ਤੋਂ ਮੈਂ ਕਿਹਾ ਇਹਦੀ ਪਹਿਲੇ ਰਿਕਾਰਡਿੰਗ ਕਰ ਲਈਏ। ਇਹ ਬਰਸੀਨ ਨੂੰ ਵੀ ਇਹਨੂੰ ਵੀ ਸਪਰੇਅ ਕਰ ਦਿੱਤੀ ਹੈ। ਗਲਾਈਫੋਸੈਟ ਜਦੋਂ ਅਸੀਂ ਇੰਨੀ ਹੈਵੀ ਡੋਜ਼ ਦੇ ਵਿੱਚ ਸਪਰੇਅ ਕਰਨੇ ਆ ਨਾ, ਤੇ ਫਿਰ ਸਾਡੀ ਤਕਰੀਬਨ ਹਰ ਕਿਸਮ ਦੀ ਜੜੀ ਬੂਟੀ ਨੂੰ ਉਹ ਤਕਰੀਬਨ ਜੜ ਤੱਕ ਖਤਮ ਕਰ ਦਿੰਦੀ ਹੈ। ਔਰ ਜਿਹੜੀ ਥੋੜੀ ਬਹੁਤ ਜੜੀ ਬੂਟੀ ਉਗਦੀ ਹੈ ਉਹ ਕਾਬਲੇ ਬਰਦਾਸ਼ਤ ਹੁੰਦੀ ਹੈ। ਔਰ ਉਹ ਜਿਹੜੀ ਉਹਦੇ ਬਾਅਦ ਫਿਰ ਸਾਨੂੰ ਜਿਹੜਾ ਜੜੀ ਬੂਟੀ ਮਾਰ ਪਨੀਰੀ ਦੇ ਵਿੱਚ ਸਪਰੇਅ ਨਹੀਂ ਕਰਨੀ ਪੈਂਦੀ। ਔਰ ਅਸੀਂ ਅਗਰ ਉਹ ਸਪਰੇਅ ਕਰਨੇ ਆ ਤੇ ਫਿਰ ਕੀ ਹੁੰਦਾ, ਸਾਡੀ ਪਨੀਰੀ, ਫਿਰ ਲੋਕ ਕਹਿੰਦੇ 18-20 ਦਿਨ ਚ ਪਨੀਰੀ ਤਿਆਰ ਨਹੀਂ ਹੁੰਦੀ। ਫਿਰ ਕੀ ਹੁੰਦਾ ਹੈ ਕਿ ਸਾਡੀ ਪਨੀਰੀ ਦਾ ਟਾਈਮ ਵੱਧ ਜਾਂਦਾ ਹੈ, ਯਾਨੀ 30 ਦਿਨਾਂ ਤੇ ਚਲੀ ਜਾਂਦੀ ਪਨੀਰੀ। ਔਰ ਪਨੀਰੀ ਦੀ ਜਿਹੜੀ ਬੈਸਟ ਏਜ ਹੈ ਉਹ 18-20 ਦਿਨ, 22 ਦਿਨ, 25 ਦਿਨ ਹੱਦ। ਇਸ ਲਈ ਜਿਹੜਾ ਨਾ 25 ਦਿਨ ਤੱਕ ਪਨੀਰੀ ਤਿਆਰ ਕਰਨ ਲਈ ਸਾਨੂੰ ਜੜੀ ਬੂਟੀ ਦਾ ਕੰਟਰੋਲ ਇੰਤਹਾਈ ਜ਼ਰੂਰੀ ਹੈ। ਔਰ ਜੜੀ ਬੂਟੀ ਦਾ ਕੰਟਰੋਲ ਉੱਗੀ ਹੋਈ ਪਨੀਰੀ ਦੇ ਵਿੱਚ ਕੰਟਰੋਲ ਕਰਨ ਲਈ ਕੀ ਹੁੰਦਾ ਹੈ ਕਿ ਪਨੀਰੀ ਦੀ ਗਰੋਥ ਰੁਕ ਜਾਂਦੀ ਹੈ। ਇਸ ਲਈ ਅਸੀਂ ਉਸ ਤੋਂ ਪਹਿਲੇ ਜਿਹੜਾ ਨਾ ਗਲਾਈਫੋਸੈਟ ਦਾ ਇਸਤੇਮਾਲ ਕਰਕੇ ਸਪਰੇਅ ਕਰਨੇ ਆ। ਔਰ ਗਲਾਈਫੋਸੈਟ ਦਾ ਇਸਤੇਮਾਲ ਕਰਨ ਦਾ ਤਰੀਕਾ ਵੀ ਤੁਹਾਨੂੰ ਦੱਸ ਦਿੱਤਾ। ਔਰ ਕੁਝ ਲੋਕ ਕਹਿਣਗੇ ਕਿ ਗਲਾਈਫੋਸੈਟ ਦਾ ਕੋਈ ਇਫੈਕਟ ਆਉਂਦਾ, ਨਹੀਂ ਆਉਂਦਾ, ਬਿਲਕੁਲ ਨਹੀਂ ਆਉਂਦਾ। ਤੁਸੀਂ ਜਿਸ ਦਿਨ ਸਪਰੇਅ ਕੀਤਾ ਥੱਲੇ ਵੱਤਰ ਹੋਣਾ ਚਾਹੀਦਾ, ਕਿਉਂਕਿ ਪਹਿਲੇ ਪਾਣੀ ਰੌਣੀ ਕੀਤੀ ਹੈ, ਉਸ ਤੋਂ ਬਾਅਦ ਸਪਰੇਅ ਕਰ ਦਿੱਤਾ। ਘੱਟ ਤੋਂ ਘੱਟ 2 ਦਿਨ ਤੇ ਜ਼ਿਆਦਾ ਤੋਂ ਜ਼ਿਆਦਾ 3 ਦਿਨ ਤੁਸੀਂ ਵੇਟ ਕਰਕੇ ਉਹਨੂੰ ਜਿਹੜਾ ਨਾ ਕਰਾਏ ਨਾਲ ਸਾਫ਼ ਕਰ ਲੈਣਾ। ਉਸ ਤੋਂ ਬਾਅਦ ਤੁਸੀਂ ਕੱਦੂ ਵਾਲੇ ਤਰੀਕੇ ਨਾਲ ਕਾਸ਼ ਕਰਦੇ ਹੋ ਜਾਂ ਤੁਸੀਂ ਬੈੱਡ ਬਣਾ ਕੇ ਰੂੜੀ ਵਾਲੇ ਤਰੀਕੇ ਨਾਲ ਕਾਸ਼ ਕਰਦੇ ਹੋ, ਉਹ ਤੁਹਾਡਾ ਤਰੀਕਾ, ਜੋ ਤੁਹਾਡੇ ਇਲਾਕੇ ਦੇ ਵਿੱਚ ਜੋ ਤੁਹਾਡੇ ਬਜ਼ੁਰਗ ਇਸਤੇਮਾਲ ਕਰਦੇ ਰਹਿਣ, ਉਹੀ ਤਰੀਕਾ ਮੈਂ ਰਿਕਮੈਂਡ ਕਰਾਂਗਾ, ਕਿਉਂਕਿ ਇਹ ਬੜਾ ਕ੍ਰਿਟੀਕਲ ਹੁੰਦਾ ਹੈ ਸੀਡ ਦੀ ਜਰਮੀਨੇਸ਼ਨ ਦਾ ਮਾਮਲਾ। ਤੇ ਇਸ ਲਈ ਜਿਹੜਾ ਨਾ ਤੁਸੀਂ ਜਿਹੜਾ ਤਰੀਕਾ ਜਿਹੜੇ ਇਲਾਕੇ 'ਚ ਇਸਤੇਮਾਲ ਹੁੰਦਾ ਹੈ ਉਹੀ ਤਰੀਕਾ ਇਸਤੇਮਾਲ ਕਰੋ। ਤੇ ਇਹਦੇ ਨਾਲ ਹੀ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਜਿੰਦਾਬਾਦ।